Students, welcome to the lecture number 6 of Microcontroller and Embedded Systems MCEA subject। ਅੱਜ ਅਸੀਂ 6ਵਾਂ ਲੈਕਚਰ ਡਿਸਕਸ ਕਰਾਂਗੇ MCEA ਸਬਜੈਕਟ ਦੇ ਬਾਰੇ। ਅਸੀਂ ਆਲਰੇਡੀ ਜਿਹੜਾ ਪਿਨ ਡਾਇਗਰਾਮ ਹੈ 8051 ਦਾ ਉਹ ਲਾਸਟ ਵੀਡੀਓ ਸਟਾਰਟ ਕਰ ਚੁੱਕੇ ਹਾਂ। ਅੱਜ ਆਪਾਂ ਉਹਨੂੰ ਹੀ ਕੰਟੀਨਿਊ ਕਰਾਂਗੇ ਅੱਗੇ। ਇਹ ਆਪਣਾ ਪਿਨ ਡਾਇਗਰਾਮ ਸੀਗਾ ਜੋ ਕਿ 8051 ਦਾ ਹੈ। 40 ਪਿਨ ਦੀ ਆਪਣੀ IC ਹੁੰਦੀ ਹੈ ਇਹਦੇ 'ਚ। ਟੋਟਲ ਨੰਬਰ ਆਫ 40 ਪਿਨਸ ਹੈ ਅਤੇ ਡੂਅਲ ਇਨਲਾਈਨ ਪੈਕੇਜਿੰਗ 'ਚ ਜਨਰਲੀ ਆਪਾਂ ਇਹਨੂੰ ਯੂਜ਼ ਕਰਦੇ ਹਾਂ। ਅਸੀਂ ਕਿਹਾ ਸੀਗਾ ਲਾਸਟ ਵੀਡੀਓ 'ਚ ਕਿ ਜਿਹੜੀ ਆ ਨੋਚ ਹੈ ਆਪਾਂ ਨੋਚ ਕਹਿੰਦੇ ਹਾਂ ਸੈਮੀ ਸਰਕਲ ਨੂੰ ਜਿਹੜਾ ਸੈਂਟਰ 'ਚ ਹੈ। ਇਹ ਲੈਫਟ ਸਾਈਡ ਤੋਂ ਆਪਾਂ ਸਟਾਰਟ ਕਰਦੇ ਹਾਂ ਪਿਨ ਨੰਬਰ 1 ਅਤੇ ਲੈਫਟ ਸਾਈਡ 'ਤੇ ਆਪਣੇ ਕੋਲ 20 ਪਿਨਸ ਹੈ ਅਤੇ ਰਾਈਟ ਸਾਈਡ 'ਤੇ ਵੀ ਆਪਣੇ ਕੋਲ 20 ਪਿਨਸ ਹੈ ਅਤੇ ਟੋਟਲ ਆਪਣੇ ਕੋਲ 40 ਪਿਨਸ ਹੈ। ਅਸੀਂ ਲਾਸਟ ਵੀਡੀਓ 'ਚ ਫਸਟ 17 ਪਿਨਸ ਆਪਾਂ ਡਿਸਕਸ ਕਰ ਚੁੱਕੇ ਹਾਂ। ਜਿਹੜੀਆਂ ਫਸਟ 8 ਪਿਨਸ ਹੈ ਉਹ ਪੋਰਟ 1 ਵਾਸਤੇ ਯੂਜ਼ ਕੀਤੀਆਂ ਜਾਂਦੀਆਂ ਵਾ। 9th ਪਿਨ ਰੀਸੈਟ ਹੈ ਅਤੇ 10 to 17 ਆਪਣੀ ਪੋਰਟ 3 ਹੈ। ਅਤੇ ਪੋਰਟ 3 ਦੇ ਆਪਾਂ ਕੁਝ ਐਡੀਸ਼ਨਲ ਫੰਕਸ਼ਨ ਜਿਹੜੇ ਆਪਾਂ ਹੈਗੇ ਆ ਉਹ ਦੇਖੇ ਸੀਗੇ। RXT TXT INT0 INT1 T0 T1 WR ਅਤੇ RD ਇਹ ਸਾਰੇ ਕੀ ਹੈ ਪੋਰਟ 3 ਦੇ ਐਡੀਸ਼ਨਲ ਫੰਕਸ਼ਨਸ। ਹੁਣ ਆਪਾਂ ਨੈਕਸਟ ਜਿਹੜੇ ਆਪਣੇ ਪਿਨਸ ਆ ਵੈ ਦਾ 18 19 20 ਐਂਡ ਸੋ ਔਨ 21 to 40 ਇਹ ਅੱਜ ਆਪਾਂ ਡਿਸਕਸ ਕਰਾਂਗੇ ਵੀਡੀਓ ਵਿੱਚ। ਹੁਣ ਦੇਖੋ ਪਿਨ ਨੰਬਰ 18 ਅਤੇ 19 ਇਹ ਆਪਾਂ ਇਕੱਠੇ ਯੂਜ਼ ਕਰਦੇ ਹਾਂ। ਇਹ ਯੂਜ਼ ਕੀਤੀ ਜਾਂਦੀ ਹੈ ਕ੍ਰਿਸਟਲ ਓਸੀਲੇਟਰ ਵਾਸਤੇ। ਇਹਦਾ ਨਾਮ ਕੀ ਹੈ? ਪਿਨ ਨੰਬਰ 18 ਨੂੰ ਆਪਾਂ ਕਹਿੰਦੇ ਹਾਂ XTAL2 ਅਤੇ ਪਿਨ ਨੰਬਰ 19 ਨੂੰ ਆਪਾਂ ਕਹਿੰਦੇ ਹਾਂ XTAL1। XTAL2 and XTAL1 are the pins for connecting external oscillator. Generally, a quartz crystal oscillator is connected here. ਹੁਣ 18ਵੀਂ ਅਤੇ 19ਵੀਂ ਜਿਹੜੀ ਪਿਨ ਹੈ 8051 ਦੀ ਇਹ ਆਪਾਂ ਯੂਜ਼ ਕਰਦੇ ਹਾਂ ਓਸੀਲੇਟਰ ਵਾਸਤੇ। ਔਨ ਚਿਪ ਓਸੀਲੇਟਰ ਹੁੰਦਾ ਵਾ ਲੇਕਿਨ ਆਪਾਂ ਜਿਹੜਾ ਕਿਉਰਟਸ ਕ੍ਰਿਸਟਲ ਹੈ ਆਪਾਂ ਉਹਨੂੰ ਐਕਸਟਰਨਲੀ ਕਨੈਕਟ ਕਰਦੇ ਹਾਂ 18 ਅਤੇ 19 ਪਿਨ 'ਤੇ। ਜਦੋਂ ਆਪਾਂ ਕਨੈਕਟ ਕਰਾਂਗੇ ਫਿਰ ਆਪਾਂ ਜਿਹੜੀ ਕਲੋਕ ਹੈ ਉਹ ਕਲੋਕ ਫ੍ਰੀਕੁਐਂਸੀ ਜਿਹੜੀ ਹੈ ਉਹ ਆਪਾਂ ਫਿਰ ਪ੍ਰੋਵਾਈਡ ਕਰਾਂਗੇ ਕਿਹਨੂੰ CPU ਨੂੰ 8051 ਦੇ। ਕਿਉਂਕਿ ਜਿਹੜੀ ਸਿੰਕਰੋਨਾਈਜੇਸ਼ਨ ਹੈ ਜਾਂ ਜਿਹੜਾ ਕੰਟਰੋਲ ਹੈ ਉਹ ਆਪਣਾ ਕਲੋਕ ਦੇ ਥਰੂ ਹੀ ਹੋ ਸਕਦਾ ਹੈ। ਹੁਣ ਅੱਗੇ ਹੈ ਪਿਨ ਨੰਬਰ 20 ਇਹ ਆਪਣੀ ਹੈ GND ਮਤਲਬ ਗਰਾਊਂਡ। ਪਿਨ 20 is the ground pin of the 8051 microcontroller. It represents 0 volt and is connected to the negative terminal of the power supply. ਮੀਨਸ ਇਹ ਕੀ ਰਿਪਰੈਜ਼ੈਂਟ ਕਰ ਰਿਹਾ ਹੈ 0 ਵੋਲਟ। ਅਸੀਂ ਕਾਫੀ ਡਿਵਾਈਸਿਸ ਜਦੋਂ ਇੰਟਰਫੇਸ ਕਰਦੇ ਹਾਂ 8051 ਦੇ ਨਾਲ ਉਸ 'ਚ ਵੀ ਆਪਾਂ ਗਰਾਊਂਡ ਪ੍ਰੋਵਾਈਡ ਕਰਨੀ ਹੁੰਦੀ ਹੈ ਤਾਂ ਫਿਰ ਆਪਾਂ ਕੀ ਕਰਦੇ ਹਾਂ ਐਕਸਟਰਨਲ ਡਿਵਾਈਸ ਦੀ ਗਰਾਊਂਡ ਅਤੇ 8051 ਦੀ ਗਰਾਊਂਡ ਆਪਾਂ ਆਪਸ 'ਚ ਇੰਟਰਫੇਸ ਕਰ ਦਿੰਦੇ ਹਾਂ ਕਿਉਂਕਿ ਇਹ ਆਪਣਾ ਕੀ ਪ੍ਰੋਵਾਈਡ ਕਰ ਰਿਹਾ ਹੈ 0 ਵੋਲਟ ਜੋ ਆਪਣਾ ਨੈਗੇਟਿਵ ਟਰਮੀਨਲ ਹੈ ਪਾਵਰ ਸਪਲਾਈ ਦਾ। ਅੱਗੇ ਆਪਣੀ ਪਿਨਸ ਨੰਬਰ 21 to 28 ਇਹ ਆਪਣਾ ਪੋਰਟ 2 ਹੈ। These are the port 2 pins of the 8051 microcontroller. ਹੁਣ ਪੋਰਟ 2 ਜਿਹੜਾ ਵਾ ਆਪਣਾ ਇਹ ਵੀ 8 ਬਿਟ ਦਾ ਵਾ ਅਤੇ ਇਸ ਲਈ ਇਹ 8 ਪਿਨ ਆਪਾਂ ਇੱਥੇ ਯੂਜ਼ ਕਰ ਰਹੇ ਹਾਂ ਪੋਰਟ 2 ਵਾਸਤੇ ਵੀ। 21 ਤੋਂ ਲੈ ਕੇ 28 ਤੱਕ ਦਾ P2.0 ਤੋਂ ਲੈ ਕੇ P2.7 ਤੱਕ ਆਪਣੇ ਕੋਲ ਬਿਟਸ ਹੋਣਗੀਆਂ ਪੋਰਟ 2 ਦੀਆਂ। Port 2 is also a bidirectional port, that is all the port 2 pins act as input or output. ਪੋਰਟ 2 ਵੀ ਆਪਣਾ ਪੋਰਟ 1 ਅਤੇ 3 ਦੀ ਤਰ੍ਹਾਂ ਬਾਈ ਡਾਇਰੈਕਸ਼ਨਲ ਹੈ। ਮੀਨਸ ਇਹਨੂੰ ਆਪਾਂ ਐਜ਼ ਐਨ ਇਨਪੁਟ ਵੀ ਯੂਜ਼ ਕਰ ਸਕਦੇ ਹਾਂ ਅਤੇ ਆਪਾਂ ਇਹਨੂੰ ਐਜ਼ ਐਨ ਆਊਟਪੁੱਟ ਵੀ ਯੂਜ਼ ਕਰ ਸਕਦੇ ਹਾਂ ਡਿਪੈਂਡਿੰਗ ਅਪੋਨ ਦਾ ਰਿਕੁਆਇਰਮੈਂਟ। ਅਤੇ ਜਦੋਂ ਆਪਾਂ ਡੇਟਾ ਰਿਸੀਵ ਕਰਦੇ ਹਾਂ 8051 'ਚ ਉਹਨੂੰ ਆਪਾਂ ਯੂਜ਼ ਕਰਾਂਗੇ ਐਜ਼ ਐਨ ਇਨਪੁਟ। ਜੇ ਆਪਾਂ ਡੇਟਾ ਸੈਂਡ ਕਰਨਾ ਵਾ ਉਹਨੂੰ ਆਪਾਂ ਫਿਰ ਯੂਜ਼ ਕਰਾਂਗੇ ਐਜ਼ ਐਨ ਆਊਟਪੁੱਟ। Additionally, when external memory is interfaced, port 2 pins act as the higher order address byte. Port 2 pins have internal pull-ups. ਹੁਣ ਇਹਦਾ ਵੀ ਇੱਕ ਐਡੀਸ਼ਨਲ ਫੰਕਸ਼ਨ ਹੈ ਪੋਰਟ 2 ਦਾ। ਉਹ ਕੀ ਹੈ ਫੰਕਸ਼ਨ ਕਿ ਜਦੋਂ ਆਪਾਂ ਐਕਸਟਰਨਲ ਮੈਮਰੀ ਇੰਟਰਫੇਸ ਕਰਾਂਗੇ 8051 ਦੇ ਨਾਲ ਮੀਨਸ ਜੇ ਮੰਨ ਲਓ ਆਪਾਂ ਨੂੰ ਰਿਕੁਆਇਰਮੈਂਟ ਜਿਹੜੀ ਹੈ ਮੈਮਰੀ ਦੀ ਹਾਇਰ ਹੈ ਐਜ਼ ਕੰਪੇਅਰ ਟੂ ਜਿਹੜੀ ਆਪਣੀ ਇਨਬਿਲਟ ਮੈਮਰੀ ਹੈ ਆਪਾਂ ਨੂੰ ਉਸ ਤੋਂ ਜ਼ਿਆਦਾ ਮੈਮਰੀ ਚਾਹੀਦੀ ਹੈ। ਫਿਰ ਜਦੋਂ ਆਪਾਂ ਐਕਸਟਰਨਲ ਮੈਮਰੀ ਇੰਟਰਫੇਸ ਕਰਾਂਗੇ 8051 ਦੇ ਨਾਲ ਤਾਂ ਜਿਹੜੀਆਂ ਪੋਰਟ 2 ਦੀਆਂ ਪਿਨਸ ਹੈ ਉਹਨੂੰ ਆਪਾਂ ਯੂਜ਼ ਕਰਦੇ ਹਾਂ ਹਾਇਰ ਬਾਈਟ ਐਡਰੈਸ ਬਸ ਵਾਸਤੇ। ਆਪਣੀ ਐਡਰੈਸ ਬਸ 16 ਬਿਟ ਦੀ ਹੁੰਦੀ ਹੈ ਅਤੇ ਆਪਾਂ ਨੂੰ 8 ਬਾਈਟ 'ਚ ਡਿਵਾਈਡ ਕਰਦੇ ਹਾਂ ਅਤੇ ਜਿਹੜੇ ਹਾਇਰ 8 ਬਿਟਸ ਹੋਣਗੇ ਐਡਰੈਸ ਬਸ 'ਤੇ
ਉਹ ਆਪਾਂ ਯੂਜ਼ ਕਰਦੇ ਹਾਂ ਪੋਰਟ 2 ਦੇ ਥਰੂ। ਪੋਰਟ 2 ਪਿੰਸ ਹੈਵ ਇੰਟਰਨਲ ਪੁੱਲਅਪਸ, ਅਤੇ ਇਹਦੇ 'ਚ ਵੀ ਪੋਰਟ 1 ਅਤੇ 3 ਦੀ ਤਰ੍ਹਾਂ ਇੰਟਰਨਲ ਪੁੱਲਅਪ ਰਜਿਸਟਰਸ ਲੱਗੀਆਂ ਹੋਈਆਂ ਹੈ, ਅਤੇ ਆਪਾਂ ਨੂੰ ਐਕਸਟਰਨਲੀ ਕਨੈਕਟ ਕਰਨ ਦੀ ਕੋਈ ਨੀਡ ਨਹੀਂ ਹੈ ਇੱਥੇ। ਨੈਕਸਟ ਹੈ ਪਿਨ ਨੰਬਰ 29, PSEN। Pin 29 is the program store enable pin, PSEN. Using this pins, external program memory can be read। ਮੀਨਸ ਜਦੋਂ ਆਪਾਂ ਕੋਈ ਪ੍ਰੋਗਰਾਮ ਜਿਹੜਾ ਵਾ ਸਟੋਰ ਕੀਤਾ ਵਾ ਐਕਸਟਰਨਲ ਮੈਮਰੀ 'ਚ, ਜਦੋਂ ਆਪਾਂ ਉਹਨੂੰ ਇੰਟਰਫੇਸ ਕਰਦੇ ਹਾਂ, ਫਿਰ ਜੇ ਆਪਾਂ ਮੰਨ ਲਓ ਉਸ ਮੈਮਰੀ ਤੋਂ ਜਿਹੜਾ ਆਪਣਾ ਪ੍ਰੋਗਰਾਮ ਹੈ ਆਪਾਂ ਉਹਨੂੰ ਰੀਡ ਕਰਨਾ ਵਾ, ਫਿਰ ਆਪਾਂ PSEN ਥਰੂ ਰੀਡ ਕਰਦੇ ਹਾਂ। ਨੈਕਸਟ ਹੈ ਪਿਨ ਨੰਬਰ 30, ALE/PROG। Pin 30 is the address latch enable pin. Using this pin, external address can be separated from data as they are multiplexed by 8051. During flash programming, this pin acts as program pulse input। ਹੁਣ ਪਿਨ ਨੰਬਰ 30 ਦੇ ਦੋ ਫੰਕਸ਼ਨ ਹੈ, ਇੱਕ ਤਾਂ ਇਹਨੂੰ ਆਪਾਂ ਯੂਜ਼ ਕਰਦੇ ਹਾਂ ALE ਦੀ ਤਰ੍ਹਾਂ। ALE ਮਤਲਬ ਐਡਰੈਸ ਲੈਚ ਇਨੇਬਲ। ਜਿਹੜਾ ਆਪਣਾ 8051 ਮਾਈਕਰੋ ਕੰਟਰੋਲਰ ਹੈ, ਇਹਦੇ 'ਚ ਡੇਟਾ ਅਤੇ ਐਡਰੈਸ ਬਸ ਆਪਸ 'ਚ ਮਲਟੀਪਲੈਕਸ ਕੀਤੀ ਹੁੰਦੀਆਂ, ਅਤੇ ਉਹਨਾਂ ਨੂੰ ਅਲੱਗ-ਅਲੱਗ ਕਰਨ ਵਾਸਤੇ ਮੀਨਸ ਅਸੀਂ ਇੱਕ ਟਾਈਮ 'ਤੇ ਡੇਟਾ ਜਾਂ ਐਡਰੈਸ ਬਸ ਯੂਜ਼ ਕਰ ਸਕਦੇ ਹਾਂ, ਅਤੇ ਉਹਨਾਂ ਨੂੰ ਡੀਮਲਟੀਪਲੈਕਸ ਕਰਨ ਵਾਸਤੇ ਆਪਾਂ ਯੂਜ਼ ਕਰਦੇ ਹਾਂ ALE ਪਿਨ। ਜੇ ALE ਪਿਨ ਹਾਇਰ ਹੈ ਇਟ ਮੀਨਸ ਕਿ ਅਸੀਂ ਐਡਰੈਸ ਬਸ ਯੂਜ਼ ਕਰ ਰਹੇ ਹਾਂ, ਜੇ ਲੋਅਰ ਇਟ ਮੀਨਸ ਆਪਾਂ ਡਾਟਾ ਬਸ ਯੂਜ਼ ਕਰ ਰਹੇ ਹਾਂ। ਅਤੇ ਇਹਦੇ ਇੱਕ ਹੋਰ ਫੰਕਸ਼ਨ ਹੈ ਪਿਨ ਨੰਬਰ 30 ਦਾ, ਉਹ ਹੈ PROG। ਇਹਦਾ ਮਤਲਬ ਕੀ ਹੈ, ਜਦੋਂ ਆਪਾਂ ਫਲੈਸ਼ ਪ੍ਰੋਗਰਾਮਿੰਗ ਯੂਜ਼ ਕਰ ਰਹੇ ਹਾਂ, ਮੀਨਸ ਜੇ ਆਪਣੇ ਕੋਲ ਜਿਹੜੀ ਪ੍ਰੋਗਰਾਮ ਮੈਮਰੀ ਹੈ ਉਹ ਫਲੈਸ਼ ਹੈ, ਤਾਂ ਇਸ ਪਿਨ ਦਾ ਕੰਮ ਆਏਗਾ। ਇਹਨੂੰ ਆਪਾਂ ਯੂਜ਼ ਕਰਾਂਗੇ ਐਜ਼ ਪ੍ਰੋਗਰਾਮ ਪਲਸ ਇਨਪੁਟ। ਮੀਨਸ ਆਪਾਂ ਇੱਥੇ ਕੀ ਹੈ, ਇੱਕ ਇਨਪੁਟ ਪ੍ਰੋਵਾਈਡ ਕਰ ਰਹੇ ਹਾਂ ਪਲਸ ਦੀ ਫੋਰਮ 'ਚ। ਹੁਣ ਹੈ ਪਿਨ ਨੰਬਰ 31, EA/VPP। Pin 31 is the external access enable pin that is allows external program memory। ਮੀਨਸ ਇਹ ਕੀ ਹੈ, ਆਪਣੀ ਐਕਸਟਰਨਲ ਐਕਸੈਸ ਹੈ EA, ਜੋ ਕਿ ਅਲਾਓ ਕਰੇਗਾ ਕਿਹਨੂੰ, ਐਕਸਟਰਨਲ ਪ੍ਰੋਗਰਾਮ ਮੈਮਰੀ ਨੂੰ। ਮੀਨਸ ਅਗਰ ਆਪਾਂ ਐਕਸਟਰਨਲ ਪ੍ਰੋਗਰਾਮ ਮੈਮਰੀ ਇੰਟਰਫੇਸ ਕਰਨੀ ਹੈ ਤਾਂ ਆਪਾਂ ਪਹਿਲੇ EA ਪਿਨ ਨੂੰ ਕੀ ਕਰਨਾ ਪਏਗਾ, ਲੋ ਕਰਨਾ ਪਏਗਾ। ਕੋਡ ਫਰੋਮ ਐਕਸਟਰਨਲ ਮੈਮਰੀ can be fetched only if this pin is low। For normal operations this pin is pulled high। ਠੀਕ ਹੈ, ਇਹਦਾ ਮਤਲਬ ਕੀ ਹੈ, ਜਿਹੜੀ EA ਪਿਨ ਹੈ ਉਹ ਆਪਣੀ ਐਕਟਿਵ ਲੋ ਪਿਨ ਹੈ। ਨੋਰਮਲੀ ਆਪਾਂ ਇਹਨੂੰ ਹਾਈ ਰੱਖਦੇ ਹਾਂ ਜੇ ਆਪਾਂ ਇਨ ਬਿਲਡ ਜਿਹੜਾ ਆਪਣਾ ਮੈਮਰੀ ਹੈ ਉਹ 'ਚ ਆਪਾਂ ਪ੍ਰੋਗਰਾਮ ਸੇਵ ਕੀਤਾ ਹੋਇਆ ਵਾ। ਲੇਕਿਨ ਜੇ ਆਪਾਂ ਐਕਸਟਰਨਲ ਮੈਮਰੀ ਇੰਟਰਫੇਸ ਕਰਨੀ ਹੈ, ਫਿਰ ਆਪਾਂ ਨੂੰ ਉੱਥੋਂ ਦੀ ਪ੍ਰੋਗਰਾਮ ਪਿਕ ਕਰਨਾ ਪਏਗਾ, ਤਾਂ ਉਹਦੇ ਵਾਸਤੇ ਆਪਾਂ ਨੂੰ ਇਸ ਪਿਨ ਨੂੰ ਕੀ ਕਰਨਾ ਪਏਗਾ, ਲੋ ਕਰਨਾ ਪਏਗਾ। ਤਾਂ ਹੀ ਇਹ ਐਕਸਟਰਨਲ ਮੈਮਰੀ ਤੋਂ ਜਿਹੜਾ ਪ੍ਰੋਗਰਾਮ ਹੈ, ਇੰਸਟਰਕਸ਼ਨਸ ਹੈ, ਉਹਨੂੰ ਫੈਚ ਕਰ ਸਕੇਗਾ। During flash programming, this pin receives 12 volt programming enable voltage। ਤੇ VPP ਜਿਹੜੀ ਇਹਦਾ ਜਿਹੜਾ ਸੈਕਿੰਡ ਫੰਕਸ਼ਨ ਹੈ ਪਿਨ 31 ਦਾ, ਇਹ ਉਦੋਂ ਆਪਾਂ ਯੂਜ਼ ਕਰਦੇ ਹਾਂ ਜਦੋਂ ਆਪਾਂ ਫਲੈਸ਼ ਪ੍ਰੋਗਰਾਮਿੰਗ ਯੂਜ਼ ਕਰ ਰਹੇ ਹਾਂ। ਉਸ ਟਾਈਮ ਇਹ ਪਿਨ ਜਿਹੜੀ ਹੈ ਇਹ 12 ਵੋਲਟ ਅਪਲਾਈ ਕਰਦੇ ਹਾਂ, ਮਤਲਬ ਇਹਨੂੰ ਜਿਹੜੀ ਹੈ ਇਨੇਬਲ ਵੋਲਟੇਜ ਮਿਲਦੀ ਹੈ 12 ਵੋਲਟ। ਨੈਕਸਟ ਆਪਣੀ ਪਿਨ ਨੰਬਰ 32 to 39। ਇਹ ਜਿਹੜੀਆਂ ਪਿਨ ਹੈ ਇਹ ਪੋਰਟ 0 ਦੀਆਂ ਵੈ। ਪੋਰਟ 0 ਵੀ ਆਪਣਾ 8 ਬਿਟ ਦਾ ਵੈ, ਅਤੇ ਇਸ ਲਈ ਆਪਾਂ ਇੱਥੇ 8 ਪਿਨ ਯੂਜ਼ ਕਰ ਰਹੇ ਹਾਂ ਪੋਰਟ 0 ਵਾਸਤੇ। ਜਿੱਦਾਂ ਕਿ ਆਪਾਂ ਲਾਸਟ ਵੀਡੀਓ 'ਚ ਵੀ ਦੇਖਿਆ ਸੀਗਾ ਕਿ ਆਪਾਂ ਨੂੰ ਇੱਕ ਪਿਨ ਚਾਹੀਦੀ ਹੈ ਇੱਕ ਬਿਟ ਨੂੰ ਰਿਪਰਜੈਂਟ ਕਰਨ ਲਈ। ਮੀਨਸ ਜਿਹੜੀ ਇੱਕ ਪਿਨ ਹੈ ਉਹ ਸਿਰਫ ਇੱਕ ਬਿਟ ਹੀ ਡੇਟਾ ਟਰਾਂਸਫਰ ਕਰ ਸਕਦੀ ਹੈ, ਅਤੇ 8 ਬਿਟਸ ਵਾਸਤੇ ਆਪਾਂ ਨੂੰ 8 ਪਿਨਸ ਚਾਹੀਦੀਆਂ ਵਾ। ਇਸ ਲਈ ਪੋਰਟ 0 ਨੂੰ ਵੀ ਰਿਪਰਜੈਂਟ ਕਰਨ ਵਾਸਤੇ ਆਪਾਂ ਨੂੰ 8 ਪਿਨ ਦੀ ਲੋੜ ਹੈ। ਅਤੇ ਇਹ ਆਪਣੀ ਪਿਨ ਕਿਹੜੀਆਂ ਵਾ 32 ਤੋਂ ਲੈ ਕੇ 39 ਤੱਕ। ਅਤੇ ਜਿਹੜਾ ਪੋਰਟ 0 ਹੈ ਇਹ ਵੀ ਇਹਦੇ 'ਚ ਵੀ ਜਿਹੜੀ ਬਿਟਸ ਹੈ ਉਹ ਵੀ ਇੱਦਾਂ ਹੋਣਗੀਆਂ P0.0 ਤੋਂ ਲੈ ਕੇ P0.7 ਤੱਕ। ਅਤੇ ਜਿਹੜੀ 39 ਨੰਬਰ ਪਿਨ ਹੈ ਉਹ P0.0 ਹੋਏਗੀ, 38 ਨੰਬਰ P0.1 ਹੈ, ਐਂਡ ਸੋ ਔਨ। ਜਿਹੜੀ 32 ਪਿਨ ਉਹ ਆਪਣੀ P0.7 ਹੈ। ਇਹ ਦੇਖੋ ਤੁਸੀਂ ਪਿਨ ਡਾਇਗਰਾਮ 8051 ਦਾ। ਆਪਣਾ ਪੋਰਟ 0 ਕਿਹੜਾ ਵਾ 39 ਤੋਂ ਲੈ ਕੇ 32 ਤੱਕ। 39 ਆਪਣੀ ਕੀ ਹੈ P0.0, 32 ਕੀ ਆਪਣੀ P0.7। ਠੀਕ ਹੈ, ਹੁਣ ਜਿਹੜਾ ਪੋਰਟ 0 ਹੈ ਇਹ ਬਾਰੇ ਆਪਾਂ ਸਟੱਡੀ ਕਰਦੇ ਹਾਂ। ਪਿਨਸ 32 to 39 ਆਰ ਪੋਰਟ 0 ਪਿਨਸ। ਦੇ ਆਰ ਆਲਸੋ ਬਾਈ ਡਾਇਰੈਕਸ਼ਨਲ ਇਨਪੁਟ ਆਊਟਪੁੱਟ ਪਿਨਸ ਬਟ ਵਿਦਾਊਟ ਐਨੀ ਇੰਟਰਨਲ ਪੁੱਲਅਪਸ।
Hence we need external pull-ups in order to use port 0 pins as IO port or input output port. Means ਜਿਹੜਾ ਆਪਣਾ port 0 ਹੈ ਇਹ ਵੀ ਬਾਈ ਡਾਇਰੈਕਸ਼ਨਲੀ ਹੈ ਜਿੱਦਾਂ ਆਪਣੇ ਬਾਕੀ ਪੋਰਟਸ ਹੈ ਜੋ ਆਪਾਂ ਆਲਰੇਡੀ ਡਿਸਕਸ ਕੀਤੇ ਆ 3 ਪੋਰਟਸ। ਮੀਨਸ ਆਪਾਂ ਇਹਨੂੰ ਆਪਾਂ ਐਜ਼ ਐਨ ਇਨਪੁਟ ਵੀ ਯੂਜ਼ ਕਰ ਸਕਦੇ ਹਾਂ, ਆਪਾਂ ਇਹਨੂੰ ਆਪਾਂ ਐਜ਼ ਐਨ ਆਊਟਪੁੱਟ ਵੀ ਯੂਜ਼ ਕਰ ਸਕਦੇ ਹਾਂ। ਲੇਕਿਨ ਇਹਦੇ 'ਚ ਇੱਕ ਡਿਫਰੈਂਸ ਕੀ ਹੈ ਬਾਕੀ ਪੋਰਟਸ ਨਾਲੋਂ, ਬਾਕੀ ਸਾਰੇ ਪੋਰਟਸ ਜਿਹੜੇ ਆਪਣੇ 1 2 3 ਹੈ ਉਹਨਾਂ 'ਚ ਇੰਟਰਨਲੀ ਪੁੱਲਅਪ ਰਜਿਸਟਰਸ ਲੱਗੇ ਹੁੰਦੇ ਆ, ਲੇਕਿਨ ਜਿਹੜਾ ਪੋਰਟ 0 ਹੈ ਇਹਦੇ 'ਚ ਇੰਟਰਨਲੀ ਪੁੱਲਅਪ ਰਜਿਸਟਰਸ ਨਹੀਂ ਲੱਗੇ ਹੁੰਦੇ। ਤੇ ਇਸ ਲਈ ਆਪਾਂ ਨੂੰ ਕੀ ਹੈ, ਜੇ ਆਪਾਂ ਇਸ ਪੋਰਟ ਨੂੰ ਐਜ਼ ਐਨ ਇਨਪੁਟ ਜਾਂ ਆਊਟਪੁੱਟ ਯੂਜ਼ ਕਰਨਾ ਹੋਵੇ ਤਾਂ ਆਪਾਂ ਨੂੰ ਐਕਸਟਰਨਲੀ ਪੁੱਲਅਪਸ ਰਜਿਸਟਰਸ ਜਿਹੜੇ ਆ ਉਹ ਲਗਾਉਣੇ ਪੈਣਗੇ, ਤਾਂ ਹੀ ਆਪਾਂ ਇਹਨੂੰ ਯੂਜ਼ ਕਰ ਸਕਦੇ ਹਾਂ ਐਜ਼ ਐਨ ਇਨਪੁਟ ਜਾਂ ਆਊਟਪੁੱਟ। ਠੀਕ ਹੈ, ਹੁਣ ਨੈਕਸਟ ਆਪਣੀ ਪੋਰਟ 0 ਬਾਰੇ ਹੀ ਹੈ। ਇਨ ਐਡੀਸ਼ਨ ਟੂ ਐਕਟਿੰਗ ਐਜ਼ ਇਨਪੁਟ ਆਊਟਪੁੱਟ port 0 also acts as lower order address or data bus when external memory is accessed। ਹੁਣ ਜਿਹੜਾ ਪੋਰਟ 0 ਹੈ ਇਹਦੇ ਵੀ ਐਡੀਸ਼ਨਲ ਫੰਕਸ਼ਨਸ ਹੈ। ਇਹਦੇ 'ਚ ਕੀ ਹੈ, ਇਹਦੇ 'ਚ ਇੱਕ ਤਾਂ ਡੇਟਾ ਬੱਸ ਹੁੰਦੀ ਹੈ, ਦੂਸਰਾ ਆਪਣਾ ਕੀ ਹੈ ਲੋਅਰ 8 ਬਿਟਸ ਐਡਰੈਸ ਬੱਸ ਹੈ। ਮੀਨਸ ਡੇਟਾ ਬੱਸ ਵੀ ਜੇ ਆਪਾਂ ਯੂਜ਼ ਕਰਨੀ ਹੈ ਜਾਂ ਜੇ ਆਪਾਂ ਐਡਰੈਸ ਬੱਸ ਯੂਜ਼ ਕਰਨੀ ਹੈ ਲੋਅਰ 8 ਬਿਟਸ ਉਹਦੇ, ਤਾਂ ਆਪਾਂ ਪੋਰਟ 0 ਦੇ ਥਰੂ ਯੂਜ਼ ਕਰਦੇ ਹਾਂ। ਤੇ ਦੋਨੋਂ ਜਿਹੜੇ ਇੱਕ ਤਰ੍ਹਾਂ ਦੇ ਮਲਟੀਪਲੈਕਸ ਕੀਤੇ ਜਾਂਦੇ ਹੈ, ਜੋ ਕਿ ਆਪਾਂ ਪਿਨ ਨੰਬਰ 30 ਵੀ ਦੇਖੀ ਸੀਗੀ ALE ਜਿਹੜੀ ਹੈ ਉਹ ਡੀਮਲਟੀਪਲੈਕਸ ਕਰਦਾ ਵਾ A ਤੇ D ਨੂੰ, ਮੀਨਸ ਐਡਰੈਸ ਬੱਸ ਤੇ ਡੇਟਾ ਬੱਸ ਨੂੰ। ਡੇਟਾ ਬੱਸ ਆਪਣੇ ਕੋਲ 8051 'ਚ 8 ਬਿਟ ਦੀ ਹੁੰਦੀ ਹੈ, ਐਡਰੈਸ ਬੱਸ ਆਪਣੇ ਕੋਲ 16 ਬਿਟ ਦੀ ਹੁੰਦੀ ਹੈ। ਤੇ ਜਿਹੜੇ ਡੇਟਾ ਬੱਸ ਹੈ ਉਹ ਆਪਾਂ ਪੋਰਟ 0 ਥਰੂ ਯੂਜ਼ ਕਰਦੇ ਹਾਂ, ਤੇ ਜਿਹੜੇ ਆਪਣੀ ਐਡਰੈਸ ਬੱਸ ਤੇ ਲੋਅਰ 8 ਬਿਟਸ ਹੈ ਉਹ ਵੀ ਆਪਾਂ ਪੋਰਟ 0 ਦੇ ਥਰੂ ਯੂਜ਼ ਕਰ ਸਕਦੇ ਹਾਂ। ਤੇ ਜਿਹੜੇ ਆਪਣੇ ਹਾਇਰ ਜਿਹੜੇ 8 ਬਿਟ ਸੀਗੇ ਐਡਰੈਸ ਬੱਸ ਤੇ ਉਹ ਆਪਾਂ ਯੂਜ਼ ਕਰਦੇ ਹਾਂ ਪੋਰਟ 2 ਦੇ ਥਰੂ। ਇਟ ਮੀਨਸ ਕਿ ਜਦੋਂ ਆਪਾਂ ਜਾਂ ਤਾਂ ਆਪਾਂ ਡੇਟਾ ਬੱਸ ਯੂਜ਼ ਕਰ ਸਕਦੇ ਹਾਂ ਇੱਕ ਟਾਈਮ 'ਤੇ, ਜਾਂ ਫਿਰ ਆਪਾਂ ਲੋਅਰ 8 ਬਿਟਸ ਜਿਹੜੇ ਐਡਰੈਸ ਬੱਸ 'ਤੇ ਆਪਾਂ ਯੂਜ਼ ਕਰ ਸਕਦੇ ਹਾਂ, ਕਿਉਂਕਿ ਦੋਨੋਂ ਮਲਟੀਪਲੈਕਸ ਕੀਤੇ ਗਏ ਹੈ 8051 'ਚ, ਅਤੇ ਦੋਨੋਂ ਹੀ ਪੋਰਟ 0 ਦੇ ਨਾਲ ਐਡੀਸ਼ਨਲ ਫੰਕਸ਼ਨ ਦਾ ਐਕਟ ਕਰਦੇ ਆ। ਅਤੇ ਜਦੋਂ ਆਪਾਂ ਐਕਸਟਰਨਲ ਮੈਮਰੀ ਦਾ ਯੂਜ਼ ਕਰਨਾ ਹੋਵੇ ਤਾਂ ਆਪਾਂ ਨੂੰ ਇਹਨੂੰ ਐਜ਼ ਡਾਟਾ ਬੱਸ ਜਾਂ ਫਿਰ ਐਜ਼ ਐਡਰੈਸ ਬੱਸ 'ਤੇ ਲੋਅਰ 8 ਬਿਟਸ ਤਰ੍ਹਾਂ ਯੂਜ਼ ਕਰਨਾ ਪਏਗਾ ਪੋਰਟ 0 ਨੂੰ, ਤਾਂ ਹੀ ਇਹਦੇ ਵਿੱਚ ਇੰਟਰਨਲ ਪੁੱਲਅਪਸ ਜਿਹੜੇ ਨਹੀਂ ਲੱਗੇ ਹੁੰਦੇ ਆ। ਹੁਣ ਲਾਸਟ ਪਿਨ ਹੈ 8051 ਦੀ ਪਿਨ ਨੰਬਰ 40 ਜਿਹੜੀ ਆਪਣੀ VCC ਪਿਨ 40 ਇਜ਼ ਦਾ ਪਾਵਰ ਸਪਲਾਈ ਪਿਨ ਟੂ ਵਿਚ ਦਾ ਸਪਲਾਈ ਵੋਲਟੇਜ ਇਜ਼ ਗਿਵਨ +5V। ਜਿਹੜੀ 40 ਨੰਬਰ ਪਿਨ ਹੈ ਉਹ ਆਪਣੀ VCC ਹੈ, ਇੱਥੇ ਆਪਾਂ ਵੋਲਟੇਜ ਅਪਲਾਈ ਕਰਦੇ ਹਾਂ 5 ਵੋਲਟਸ ਜੋ IC ਨੂੰ ਰਿਕੁਆਇਰਡ ਹੈ। 8051 ਜਿਹੜੀ IC ਹੈ ਉਹ 5 ਵੋਲਟ 'ਤੇ ਕੰਮ ਕਰਦੀ ਹੈ, +5 ਵੋਲਟ 'ਤੇ, ਅਤੇ ਉਹ ਆਪਾਂ ਪ੍ਰੋਵਾਈਡ ਕਰਦੇ ਹਾਂ ਪਿਨ ਨੰਬਰ 40 ਦੇ ਥਰੂ। ਠੀਕ ਹੈ, ਇਸੇ ਨਾਲ ਆਪਣਾ ਜਿਹੜਾ ਪਿਨ ਡਾਇਗਰਾਮ ਹੈ 8051 ਦਾ ਉਹ ਖਤਮ ਹੋ ਜਾਂਦਾ ਵਾ। ਅਸੀਂ ਡਿਸਕਸ ਕੀਤਾ 40 ਪਿਨਸ ਦੇ ਬਾਰੇ। ਜਿਹੜਾ 8051 IC ਹੈ ਇਹ 'ਚ 40 ਪਿਨ ਹੈ। 20th ਪਿਨ ਆਪਣੀ ਗਰਾਊਂਡ ਹੈ, 40th ਪਿਨ ਆਪਣੀ VCC ਹੈ। ਮੀਨਸ 20th 'ਤੇ ਆਪਾਂ 0 ਵੋਲਟ ਅਪਲਾਈ ਕਰਦੇ ਹਾਂ, ਅਤੇ 40th ਪਿਨ 'ਤੇ ਆਪਾਂ 5 ਵੋਲਟਸ ਅਪਲਾਈ ਕਰਦੇ ਹਾਂ। ਇੱਕ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ 20th ਪਿਨ ਆਪਣੀ ਉਹ 0 ਹੈ, ਲੌਜਿਕ 0 ਹੈ, ਅਤੇ ਜਿਹੜੀ 40th ਪਿਨ ਆਪਣੀ ਉਹ ਲੌਜਿਕ 1 ਹੈ। ਅਤੇ ਆਪਣੇ ਕੋਲ 4 ਪੋਰਟਸ ਹੈ P0 P1 P2 P3, ਅਤੇ ਚਾਰੋਂ ਪੋਰਟਸ ਜਿਹੜੇ ਹੈ ਟੋਟਲ 32 ਪਿਨਸ ਯੂਜ਼ ਕਰ ਰਹੇ ਹੈ। ਅਤੇ ਇਸ ਤੋਂ ਇਲਾਵਾ ਜਿਹੜੀ ਆਪਣੀ 6 ਪਿਨ ਰਹਿ ਜਾਂਦੀਆਂ ਵਾ, 6 ਪਿਨ ਕਦੀ ਹੈ। ਇੱਕ ਆਪਣੀ 29th ਪਿਨ 'ਤੇ PSEN ਹੈ, 30th ਪਿਨ 'ਤੇ ALE/PROG ਹੈ, ਫਿਰ 31st ਪਿਨ 'ਤੇ ਆਪਣੇ ਕੋਲ EA/VPP ਹੈ, ਅਤੇ ਉਸ ਤੋਂ ਬਾਅਦ ਆਪਣੇ ਕੋਲ 9th ਪਿਨ 'ਤੇ RST ਹੈ, ਰੀਸੈਟ ਕਰਦੇ ਹਾਂ ਜਿੱਥੋਂ ਆਪਾਂ 8051 ਨੂੰ। ਅਤੇ ਜਿਹੜੀ ਆਪਣੀ 18th ਅਤੇ 19th ਪਿਨ ਹੈ ਉੱਥੇ ਆਪਾਂ ਕੀ ਲਾਉਂਦੇ ਹਾਂ ਕੁਆਰਟਜ਼ ਕ੍ਰਿਸਟਲ, ਐਕਸਟਰਨਲੀ ਆਪਾਂ ਕਨੈਕਟ ਕਰਦੇ ਹਾਂ ਕੁਆਰਟਜ਼ ਕ੍ਰਿਸਟਲ। ਸਟੂਡੈਂਟਸ ਹੁਣ ਦੇਖੋ 8051 ਦਾ ਬੇਸਿਕ ਸਰਕਿਟ ਕਿੱਦਾਂ ਦਾ ਸਰਕਿਟ ਹੁੰਦਾ ਇਹਦਾ। ਅਸੀਂ ਪਿਨ ਡਾਇਗਰਾਮ ਆਲਰੇਡੀ ਹੁਣ ਡਿਸਕਸ ਕਰ ਲਿਆ 8051 ਦਾ, ਜੋ ਕਿ ਆਪਣੀ 40 ਪਿਨ ਦੀ IC ਹੈ। ਆਪਾਂ ਹਰੇਕ ਪਿਨ ਨੂੰ ਕਵਰ ਕਰ ਲਿਆ ਵਾ ਕਿ ਕੀ ਪਿਨ 'ਤੇ ਕੀ ਲੱਗਿਆ ਹੁੰਦਾ ਵਾ। ਦੇਖੋ ਜਿੱਦਾਂ ਕਿ ਆਪਣਾ 8051 ਦੀ IC ਹੈ, ਪਿਨ ਨੰਬਰ 1 to 8 ਆਪਣਾ ਪੋਰਟ 1 ਹੈ। ਅਸੀਂ ਪੋਰਟ 1 ਥਰੂ ਕੁਛ ਵੀ ਐਕਸਟਰਨਲ ਇੰਟਰਫੇਸ ਕਰ ਸਕਦੇ ਹਾਂ, ਇਨਪੁੱਟ ਜਾਂ ਆਊਟਪੁੱਟ ਕਿਸੇ ਵੀ ਡਾਇਰੈਕਸ਼ਨ ਜੋ ਆਪਾਂ ਰਿਕੁਆਇਰਡ ਹੈ ਆਪਾਂ ਉਸ ਹਿਸਾਬ ਨਾਲ ਇਹਨੂੰ ਕਨੈਕਟ ਕਰ ਸਕਦੇ ਹਾਂ। ਪਿਨ ਨੰਬਰ 9 ਜਿਹੜੀ ਆਪਣੀ 8051 ਦੀ ਉਹ RST ਪਿਨ ਹੈ, ਮਤਲਬ ਕਿ ਰੀਸੈਟ ਆਪਾਂ ਇੱਥੇ ਕਰਦੇ ਹਾਂ। ਜੇ ਆਪਾਂ 8051 ਨੂੰ ਰੀਸੈਟ ਕਰਨਾ ਹੋਵੇ ਤਾਂ ਆਪਾਂ ਕਰ ਸਕਦੇ ਹਾਂ ਮੈਨੂਅਲੀ ਪਿਨ 9 ਦੇ ਥਰੂ। ਅਤੇ ਇਹ ਦੇਖੋ ਇਹਦਾ ਐਕਸਟਰਨਲ ਜਿਹੜਾ ਵਾ ਉਹ ਸਰਕਿਟ ਹੈ ਰੀਸੈਟ ਵਾਸਤੇ,
ਅਸੀਂ 5 ਵੋਲਟ ਨਾਲ ਕਨੈਕਟ ਕੀਤਾ ਵਾ। ਇੱਥੇ ਇੱਕ ਕਪੈਸਿਟਰ ਲੱਗਾ ਵਾ 10 ਮਾਈਕਰੋਫੈਰਡ ਪਬਲਿਕ 16 ਵੋਲਟ। ਇਹ ਆਪਣਾ ਰਜਿਸਟਰ ਹੈ 10 ਕਿਲੋ ਓਮ ਦੀ। ਇੱਥੇ ਆਪਾਂ ਕੀ ਲਗਾਇਆ ਵਾ ਬਟਨ। ਆਪਾਂ ਜਦੋਂ ਇਹਨੂੰ ਪ੍ਰੈਸ ਕਰਾਂਗੇ ਤਾਂ ਜਿਹੜਾ 8051 ਹੈ ਮਾਈਕਰੋ ਕੰਟਰੋਲਰ ਹੈ ਉਹ ਪਿਨ 9 ਦੇ ਥਰੂ ਆਪਣਾ ਕੀ ਹੋ ਜਾਏਗਾ, ਰੀਸੈਟ ਹੋ ਜਾਏਗਾ। ਇਸ ਬਟਨ ਦੇ ਪ੍ਰੈਸ ਕਰਨ ਦੇ ਬਾਵਜੂਦ ਹੀ ਆਪਣਾ ਜਿਹੜਾ 8051 ਹੈ ਉਹ ਰੀਸੈਟ ਹੋਏਗਾ। ਜਿਸ ਆਪਾਂ ਮੈਨੂਅਲੀ ਰੀਸੈਟ ਕਰ ਸਕਦੇ ਹਾਂ ਪ੍ਰੈਸ ਕਰਕੇ। ਅੱਗੇ ਆਪਣੇ 10 to 17 ਜਿਹੜੀ ਪਿਨਸ ਹੈ ਉਹ ਪੋਰਟ 3 ਦੀਆਂ ਵਾ। ਪੋਰਟ 3 ਵੀ ਆਪਣਾ ਜਿਹੜਾ ਵਾ ਆਪਾਂ ਯੂਜ਼ ਕਰ ਸਕਦੇ ਹਾਂ ਐਜ਼ ਇਨਪੁੱਟ ਜਾਂ ਆਊਟਪੁੱਟ, ਜਾਂ ਇਹਦੇ ਕੁਛ ਐਡੀਸ਼ਨਲ ਫੰਕਸ਼ਨਸ ਆਪਾਂ ਦੇਖੇ ਸੀਗੇ ਉਹ ਵੀ ਆਪਾਂ ਯੂਜ਼ ਕਰ ਸਕਦੇ ਹਾਂ। ਹਰੇਕ ਪਿਨ ਦਾ ਆਪਣਾ ਆਪਣਾ ਫੰਕਸ਼ਨ ਹੈ ਕੋਈ 10 to 17 ਤੱਕ। ਨੈਕਸਟ ਆਪਣੀ ਪਿਨ ਨੰਬਰ 18 ਤੇ ਪਿਨ ਨੰਬਰ 19 8051 ਦੀ ਆਪਾਂ ਯੂਜ਼ ਕਰਦੇ ਹਾਂ ਓਸੀਲੇਟਰ ਵਾਸਤੇ। ਆਪਾਂ ਐਕਸਟਰਨਲੀ ਕੀ ਯੂਜ਼ ਕਰਦੇ ਹਾਂ, ਕੁਆਰਟਜ਼ ਕ੍ਰਿਸਟਲ ਆਪਣਾ ਇਹ ਵਾਲਾ। ਜਿਹੜੀ ਫ੍ਰੀਕੁਐਂਸੀ ਆਪਾਂ ਪ੍ਰੋਵਾਈਡ ਕਰਦੇ ਹਾਂ 8051 CPU ਨੂੰ ਉਹ ਆਪਣੀ ਹੈਗੀ ਹੈ 11.0592 ਮੈਗਾਹਰਟਜ਼। ਤੇ ਨਾਲ ਆਪਾਂ ਦੋ ਕਪੈਸਿਟਰ ਕਨੈਕਟ ਕਰਦੇ ਹਾਂ C1 ਤੇ C2। ਕਪੈਸਿਟਰਸ ਦੇ ਜਿਹੜੇ ਇੱਕ ਟਰਮੀਨਲ ਹੈ ਉਹ ਕੁਆਰਟਜ਼ ਕ੍ਰਿਸਟਲ ਨਾਲ ਕਨੈਕਟਡ ਹੈ, ਜਿਹੜੇ ਦੂਸਰੇ ਟਰਮੀਨਲਸ ਹੈ ਉਹ ਆਪਸ ਕਨੈਕਟਡ ਹੈ। ਫਿਰ ਉਹਨਾਂ ਆਪਾਂ ਕੀ ਕੀਤਾ ਹੋਇਆ, ਫਿਰ ਆਪਾਂ ਉਹਨੂੰ ਗਰਾਊਂਡ ਕੀਤਾ ਹੋਇਆ। ਤੇ ਕਪੈਸਿਟਰਸ ਆਪਾਂ ਕਿਹੜੀ ਵੈਲਿਊ ਦੇ ਯੂਜ਼ ਕੀਤੇ ਆ, 33 ਪਿਕੋਫੈਰਡ ਦੇ। ਪਿਨ ਨੰਬਰ 20 ਆਪਣੀ GND ਹੈ, ਮਤਲਬ ਗਰਾਊਂਡ ਹੈ। ਅਸੀਂ ਨੋਰਮਲੀ ਆਪਾਂ ਇਹਨੂੰ ਕੀ ਕਰਦੇ ਹਾਂ, ਗਰਾਊਂਡ ਕਰਦੇ ਹਾਂ। 21 to 28 ਜਿਹੜੀ ਪਿਨਸ ਹੈ ਉਹ ਪੋਰਟ 2 ਦੀਆਂ ਮੈਂ ਪੋਰਟ 2 ਵਾਸਤੇ ਆਪਾਂ ਯੂਜ਼ ਕਰਦੇ ਹਾਂ। ਇਹ ਵੀ ਆਪਾਂ ਇਨਪੁੱਟ ਜਾਂ ਆਊਟਪੁੱਟ ਲਈ ਯੂਜ਼ ਕਰ ਸਕਦੇ ਹਾਂ। ਤੇ ਨਾਲੇ ਦਾ ਐਡੀਸ਼ਨਲ ਫੰਕਸ਼ਨ ਹੈ ਆਪਾਂ ਇਹਨੂੰ ਜਿਹੜੇ ਆਪਣੇ ਹਾਇਰ ਐਡਰੈਸ ਬਸ ਹੈ 8 ਬਿਟ ਦੀ ਉਹ ਵੀ ਆਪਾਂ ਪੋਰਟ 2 ਥਰੂ ਯੂਜ਼ ਕਰ ਸਕਦੇ ਹਾਂ। ਮੀਨਸ 21 to 28 ਆਪਣੀ ਪਿਨਸ ਹੈ। ਹੁਣ ਪਿਨ ਨੰਬਰ 29 ਆਪਣੀ PSEN ਹੈ, ਪ੍ਰੋਗਰਾਮ ਸਟੋਰ ਇਨੇਬਲ। ਪਿਨ 30 ਆਪਣੀ ALE ਹੈ, ਐਡਰੈਸ ਲੈਚ ਇਨੇਬਲ। 31 ਆਪਾਂ ਯੂਜ਼ ਕਰਦੇ ਹਾਂ ਐਕਸਟਰਨਲ ਐਕਸੈਸ ਵਾਸਤੇ। EA ਪਿਨ ਹੈ ਆਪਣੀ, ਜੇ ਆਪਾਂ ਐਕਸਟਰਨਲ ਮੈਮਰੀ ਤੋਂ ਕੋਈ ਪ੍ਰੋਗਰਾਮ ਮਤਲਬ ਕਿ ਆਪਾਂ ਫੈਚ ਕਰਨਾ ਹੋਵੇ ਤਾਂ ਆਪਾਂ 31 ਪਿਨ ਯੂਜ਼ ਕਰਦੇ ਹਾਂ। ਨੋਰਮਲੀ ਆਪਾਂ ਇਹਨੂੰ ਹਾਈ ਰੱਖਦੇ ਹਾਂ। ਇੱਥੇ ਆਪਾਂ ਇਹਨੂੰ ਹਾਈ ਕੀਤਾ ਹੋਇਆ 5 ਵੋਲਟ ਲਾ ਕੇ। ਇਟ ਮੀਨਸ ਆਪਾਂ ਜਿਹੜਾ ਇਨਬਿਲਟ ਜਿਹੜੀ ਮੈਮਰੀ ਆਪਾਂ ਉਹ ਯੂਜ਼ ਕਰ ਰਹੇ ਹਾਂ। ਜੇ ਆਪਾਂ ਐਕਸਟਰਨਲ ਮੈਮਰੀ ਯੂਜ਼ ਕਰਨੀ ਫਿਰ ਆਪਾਂ ਇਹਨੂੰ ਕੀ ਕਰਾਂਗੇ, ਇੱਥੇ ਗਰਾਊਂਡ ਕਰਾਂਗੇ। ਨੈਕਸਟ ਆਪਣੀ 32 to 39 ਪਿਨਸ ਹੈ ਪੋਰਟ 0 ਦੀਆਂ ਮੈਂ। ਇਹ ਵੀ ਆਪਾਂ ਇਨਪੁੱਟ ਜਾਂ ਆਊਟਪੁੱਟ ਲਈ ਯੂਜ਼ ਕਰ ਸਕਦੇ ਹਾਂ। ਨਾਲ ਇਹਦੇ ਐਡੀਸ਼ਨਲ ਫੰਕਸ਼ਨ ਵੀ ਹੈ। ਆਪਾਂ ਅਗਰ ਜਿਹੜੀ 8 ਬਿਟ ਡੇਟਾ ਬੱਸ ਹੈ ਜਾਂ ਆਪਾਂ ਜਿਹੜੀ ਲੋਅਰ ਐਡਰੈਸ ਬੱਸ ਆਪਣੀ 8 ਬਿਟਸ ਦੇ ਹੈ ਉਹ ਆਪਾਂ 32 to 39 ਤੱਕ ਆਪਾਂ ਯੂਜ਼ ਕਰ ਸਕਦੇ ਹਾਂ। ਤੇ ਐਡਰੈਸ ਤੇ ਡੇਟਾ ਬੱਸ ਨੂੰ ਡੀਮਲਟੀਪਲੈਕਸ ਕਰਨ ਵਾਸਤੇ ਆਪਾਂ ਯੂਜ਼ ਕਰਦੇ ਹਾਂ 30th ਪਿਨ ਜੋ ਆਪਣੀ ALE ਹੈ, ਐਡਰੈਸ ਲੈਚ ਇਨੇਬਲ। ਜੇ ਆਪਾਂ ਇਹਨੂੰ 1 ਕਰਾਂਗੇ ਤਾਂ ਇਟ ਮੀਨਸ ਆਪਾਂ ਇੱਥੇ ਜਿਹੜੀ ਆਪਣੀ ਪਿਨਸ ਹੈ ਆਪਾਂ ਯੂਜ਼ ਕਰ ਰਹੇ ਹਾਂ ਐਡਰੈਸ ਬੱਸ ਵਾਸਤੇ, ਜਿਹੜੇ ਲੋਅਰ 8 ਬਿਟਸ ਐਡਰੈਸ ਵਾਸਤੇ। ਜੇ ਆਪਾਂ 30th ਪਿਨ ਨੂੰ 0 ਕਰ ਰਹੇ ਹਾਂ ਮੀਨਸ ਗਰਾਊਂਡ ਕਰ ਰਹੇ ਹਾਂ, ਤੇ ਆਪਾਂ ਜਿਹੜੇ ਪਿਨਸ ਹੈ ਇਹਨੂੰ ਆਪਾਂ ਯੂਜ਼ ਕਰਾਂਗੇ ਡੇਟਾ ਬੱਸ ਵਾਸਤੇ। ਤੇ ਆਪਣੀ ਜਿਹੜੀ 40th ਪਿਨ ਹੈ ਜੋ ਲਾਸਟ ਪਿਨ ਹੈ 8051 ਦੀ ਉਹ ਆਪਣੀ VCC ਹੁੰਦੀ ਹੈ। ਇੱਥੇ ਆਪਾਂ ਕਨੈਕਟ ਕਰਦੇ ਹਾਂ ਵੋਲਟੇਜ ਜੋ ਕਿ ਆਪਣੀ +5 ਵੋਲਟ ਹੈ। ਮੀਨ ਜਿਹੜੀ IC ਨੂੰ ਵੋਲਟੇਜ ਮਿਲ ਰਹੀ ਹੈ +5 ਵੋਲਟਸ ਉਹ ਆਪਾਂ 40th ਪਿਨ ਤੇ ਪ੍ਰੋਵਾਈਡ ਕਰਦੇ ਹਾਂ। ਹੁਣ ਆਪਾਂ 8051 ਦੀ ਫੈਮਿਲੀ ਦੇਖਦੇ ਹਾਂ ਕਿ 8051 ਦੀ ਜਿਹੜੇ ਆਪਣੇ IC ਹੈ ਜਾਂ ਮਾਈਕਰੋ ਕੰਟਰੋਲਰ ਹੈ, ਹੋਰ ਕਿਹੜੇ ਦੇ ਫੈਮਿਲੀ 'ਚ ਮਾਈਕਰੋ ਕੰਟਰੋਲਰਸ ਆਉਂਦੇ ਹੈ। ਹੁਣ ਦੇਖੋ ਇੱਥੇ ਆਪਾਂ ਕੰਪੈਰੀਜ਼ਨ ਕੀਤਾ ਹੋਇਆ ਹੈ 3 ਮਾਈਕਰੋ ਕੰਟਰੋਲਰਸ ਵਿੱਚ ਇਹਦੀ ਫੈਮਿਲੀ ਦੀ 8051 8052 8031। ਇਹ ਆਪਾਂ ਇਹਨੂੰ ਫੈਮਿਲੀ ਕਿਉਂ ਕਹਿ ਰਹੇ ਹਾਂ ਤਿੰਨਾਂ ਨੂੰ ਆਪਾਂ, ਕਿਉਂਕਿ ਜਿਹੜੇ ਆਪਣੇ ਤਿੰਨੋਂ ਮਾਈਕਰੋ ਕੰਟਰੋਲਰਸ ਹੈ 8051 ਹੋਵੇ ਚਾਹੇ 8052 ਹੋਵੇ ਚਾਹੇ 8031 ਹੋਵੇ, ਇਹਨਾਂ ਜਿਹੜਾ ਇੰਟਰਨਲ ਜਿਹੜਾ ਆਰਕੀਟੈਕਚਰ ਹੈ ਉਹ ਆਲਮੋਸਟ ਸਿਮਿਲਰ ਹੈ। ਮੀਨਸ ਜਿੱਦਾਂ ਡੇਟਾ ਫਲੋ ਹੋ ਰਿਹਾ ਵੈ ਉਹ ਤਿੰਨਾਂ ਸੇਮ ਹੈ, ਕਿੱਦਾਂ ਡੇਟਾ ਫਲੋ ਹੁੰਦਾ ਵੈ। ਅਤੇ ਤਿੰਨੋਂ ਹੀ ਸਿਸਕ ਬੇਸਡ ਹੋਣਗੇ ਅਤੇ ਤਿੰਨੋਂ ਹੀ ਜਿਹੜੇ ਆਪਣੇ ਆ ਉਹ ਹਾਰਵਰਡ ਦੇ ਬੇਸ ਹੈ। ਅਤੇ ਇਸ ਲਈ ਆਪਾਂ ਜਿਹੜੇ ਆਪਣੇ ਤਿੰਨੋਂ ਆਪਣੇ ਕੀ ਹੈ ਸਿਮਿਲਰ ਆਰਕੀਟੈਕਚਰ 'ਤੇ ਹੈ, ਇਸ ਲਈ ਆਪਾਂ ਇਹਨਾਂ ਨੂੰ ਕਹਿ ਰਹੇ ਹਾਂ 8051 ਫੈਮਿਲੀ। ਹੁਣ ਡਿਫਰੈਂਸ ਦੇਖੋ ਕਿੱਦਾਂ ਹੈ। ਪਹਿਲੇ ਆਪਾਂ ਰੋਮ ਦੀ ਗੱਲ ਕਰੀਏ, ਜਿਹੜੀ ਔਨ ਚਿਪ ਮੈਮਰੀ ਹੈ, ਪ੍ਰੋਗਰਾਮ ਮੈਮਰੀ ਹੈ ਜਿੱਥੇ ਆਪਾਂ ਕੋਡ ਆਪਾਂ ਸੇਵ ਕਰਨਾ ਆਪਣਾ ਪ੍ਰੋਗਰਾਮ। 8051 'ਚ ਹੁੰਦੀ ਹੈ 4K, 8052 'ਚ ਹੁੰਦੀ ਹੈ 8K, ਅਤੇ 8031 'ਚ ਇੰਟਰਨਲ ਆਪਣੇ ਕੋਲ ਮੈਮਰੀ ਅਵੇਲੇਬਲ ਨਹੀਂ ਹੈ, ਕਿਹੜੀ ਪ੍ਰੋਗਰਾਮ ਮੈਮਰੀ। ਮੀਨਸ ਅਗਰ ਆਪਾਂ 8031 ਮਾਈਕਰੋ ਕੰਟਰੋਲਰ ਯੂਜ਼ ਕਰ ਰਹੇ ਹਾਂ ਜਿਹੜੀ ਫੈਮਿਲੀ ਵਾਲਾ ਆਪਣਾ 8051 ਦਾ, ਤਾਂ ਆਪਾਂ ਨੂੰ ਇਹਦੇ 'ਚ ਜਿਹੜੀ ਅਗਰ ਆਪਾਂ ਪ੍ਰੋਗਰਾਮ ਸੇਵ ਕਰਨਾ ਹੈ ਤਾਂ ਆਪਾਂ ਨੂੰ ਕੀ ਕਰਨਾ ਪਏਗਾ, ਆਪਾਂ ਨੂੰ ਐਕਸਟਰਨਲ ਮੈਮਰੀ ਇੰਟਰਫੇਸ ਕਰਨੀ ਹੀ ਪੈਣੀ ਹੈ ਪ੍ਰੋਗਰਾਮ ਸੇਵ ਕਰਨ ਵਾਸਤੇ। 8051 'ਚ 4K ਹੈ ਇੰਟਰਨਲ, ਅਤੇ 8052 'ਚ ਡਬਲ ਹੈ ਐਜ਼ ਕੰਪੇਅਰ ਟੂ 8051 8K। ਰੈਮ ਦੀ ਗੱਲ ਕਰੀਏ, ਰੈਮ ਆਪਣੀ ਬਾਈਟਸ 'ਚ ਹੁੰਦੀ ਹੈ। ਰੈਮ ਦੇਖੀ ਜਾਵੇ ਤਾਂ 8051 ਦੀ 128 ਰੈਮ ਹੁੰਦੀ ਹੈ, 128 ਬਾਈਟਸ, ਅਤੇ 8052 'ਚ ਡਬਲ ਰੈਮ ਹੈ 256 ਬਾਈਟਸ, ਅਤੇ 8031 'ਚ ਸਿਮਿਲਰ ਹੈ ਜੋ ਆਪਣੀ 8051 'ਚ ਹੈ। ਅਗਰ ਟਾਈਮਰਸ ਦੀ ਗੱਲ ਕਰੀਏ ਆਪਾਂ ਦੇਖਿਆ ਸੀਗਾ 8051 'ਚ 2 ਟਾਈਮਰਸ ਹੁੰਦੇ ਆ, T0 T1 ਦੋਨੋਂ 16 ਬਿਟ ਦੇ ਹੁੰਦੇ ਆ,
ਤੇ 8051 ਤੇ 8031 ਦੋਨਾਂ 'ਚ ਦੋ ਟਾਈਮਰਸ ਹੁੰਦੇ ਆ, ਲੇਕਿਨ 8052 'ਚ ਇੱਕ ਐਕਸਟਰਾ ਟਾਈਮਰ ਹੁੰਦਾ ਜਿਹਨੂੰ ਆਪਾਂ ਕਹਿੰਦੇ ਆ ਟਾਈਮਰ 2। T0 T1 ਤਾਂ ਆਲਰੇਡੀ ਹੈ ਦੋ ਟਾਈਮਰਸ, ਤੇ T2 ਵੀ ਹੈ ਆਪਣੇ ਕੋਲ 8052 'ਚ ਤਿੰਨ ਟਾਈਮਰਸ ਹੈ। ਹੁਣ ਇਨਪੁਟ ਆਊਟਪੁੱਟ ਪਿੰਸ ਤਿੰਨਾਂ ਸੇਮ ਹੈ, ਮੀਨਸ ਤਿੰਨਾਂ 'ਚ 4 ਪੋਰਟਸ ਹੈ, ਚਾਰੋਂ ਹੀ ਬਾਈ ਡਾਇਰੈਕਸ਼ਨਲ ਪੋਰਟਸ ਹੋਣਗੇ ਤੇ ਚਾਰੋਂ ਹੀ 8-8 ਬਿਟ ਦੇ ਹੋਣਗੇ, ਇਸ ਲਈ ਤਿੰਨਾਂ 'ਚ ਜਿਹੜੀ ਆਈਓ ਪਿੰਸ ਕਿੰਨੀਆਂ ਹੈ ਉਹ 32 ਹੈ। ਸੀਰੀਅਲ ਪੋਰਟ ਵੀ ਤਿੰਨਾਂ ਸੇਮ ਹੈ, ਇੱਕ ਹੈ ਆਪਣਾ ਜੋ ਕਿ UART ਹੈ। ਇੰਟਰਪਟ ਸੋਰਸਿਸ ਦੇਖੀਏ ਆਪਾਂ 8051 'ਚ 6 ਹੈ ਤੇ 8031 'ਚ ਵੀ 6 ਹੈ, ਲੇਕਿਨ 8052 'ਚ 2 ਐਕਸਟਰਾ ਹੋਵੇ 8। ਮਤਲਬ 6 ਕਿਉਂ ਲਿਖਿਆ ਹੋਇਆ? 5 ਤਾਂ ਆਪਣੇ ਕੋਲ ਇੰਟਰਪਟਸ ਹੈ ਹੀ, ਇੱਥੇ RST ਨੂੰ ਵੀ ਉਹ ਐਡ ਕਰ ਰਿਹਾ ਹੋਇਆ ਤਾਂ ਕਰਕੇ ਉਹ 6 ਕਹਿ ਰਿਹਾ ਹੋਇਆ। ਵੈਸੇ ਬੇਸਿਕਲੀ ਆਪਾਂ 5 ਇੰਟਰਪਟਸ ਕਰਨੇ ਆ, 2 ਐਕਸਟਰਨਲ 3 ਇੰਟਰਨਲ, ਜੋ ਆਪਾਂ ਆਲਰੇਡੀ ਸਟੱਡੀ ਵੀ ਕਰ ਚੁੱਕੇ ਹਾਂ ਇੰਟਰਪਟਸ ਬਾਰੇ, ਲੇਕਿਨ ਇੱਥੇ ਆਪਾਂ 6 ਲਿਖਿਆ ਹੋਇਆ। 6ਵੀਂ ਕਿਹੜੀ ਇੱਥੇ RST ਰੀਸੈਟ ਨੂੰ ਵੀ ਉਹ ਇੰਟਰਪਟ ਇੱਥੇ ਐਡ ਕਰ ਰਿਹਾ ਹੋਇਆ। ਹੁਣ ਡਿਫਰੈਂਟ ਵੇਰੀਐਂਟਸ ਦੇਖਦੇ ਹਾਂ ਆਪਾਂ 8051 ਦੇ। ਇਹ ਜਿਹੜੀ 8051 ਦੀ IC ਹੈ ਅੱਜ ਕੱਲ੍ਹ ਕਾਫੀ ਕੰਪਨੀਜ਼ ਮੈਨੂਫੈਕਚਰ ਕਰ ਰਹੀਆਂ ਹੋਏ ਤੇ ਕਾਫੀ ਵਰਜ਼ਨਸ ਇਹਦੇ ਆਉਂਦੇ ਆ, ਕਾਫੀ ਫੀਚਰਸ ਨਾਲ ਅਵੇਲੇਬਲ ਹੈ 8051 ਜਿਹੜੀ IC ਹੈ। ਲੇਕਿਨ ਜਿਹੜੀ ਪਹਿਲੀ IC ਸੀਗੀ 8051 ਦੀ, ਉਹ ਇੰਟੈਲ ਨੇ ਡਿਜ਼ਾਈਨ ਕੀਤੀ ਸੀਗੀ 1981 ਵਿੱਚ, ਜੋ ਕਿ NMOS ਟੈਕਨੋਲੋਜੀ ਦੇ ਬੇਸ ਸੀਗੀ, ਜਿਹਨੂੰ ਆਪਾਂ ਕਹਿੰਦੇ ਆ N ਚੈਨਲ ਮੈਟਲ ਆਕਸਾਈਡ ਸੈਮੀਕੰਡਕਟਰ। ਲੇਕਿਨ ਅੱਜ ਕੱਲ੍ਹ ਤੁਹਾਨੂੰ ਦੱਸਿਆ ਸੀ ਮੈਂ ਕਿ ਜਿਹੜੀ 8051 ਦੀ IC ਆਉਂਦੀ ਹੈ ਉਹ CMOS ਤੇ ਬੇਸ ਆਉਂਦੀ ਹੈ, ਕਿਉਂਕਿ CMOS ਦੀ ਜਿਹੜੀ ਐਡਵਾਂਟੇਜਿਸ ਹੈ ਕਿ ਇੱਕ ਤਾਂ ਉਹਦੀ ਪਾਵਰ ਡਿਸੀਪੇਸ਼ਨ ਘੱਟ ਹੁੰਦੀ ਹੈ, ਲੋ ਪਾਵਰ ਡਿਸੀਪੇਸ਼ਨ ਹੈ CMOS ਦੀ ਐਜ਼ ਕੰਪੇਅਰ ਟੂ NMOS, ਤੇ ਇੱਕ ਜਿਹੜੀ ਆਊਟਪੁੱਟ ਵੋਲਟੇਜ ਉਹ ਫੁੱਲ ਸਵਿੰਗ ਹੁੰਦੀ ਹੈ ਆਪਣੀ CMOS 'ਚ। ਹੁਣ Intel allowed other manufacturers to make different versions of 8051 microcontroller, but the code should be compatible with 8051। ਇੰਟਲ ਨੇ ਫਿਰ ਕੀ ਕੀਤਾ? ਇੰਟਲ ਨੇ ਡਿਜ਼ਾਈਨ ਕੀਤਾ 8051 ਮਾਈਕਰੋ ਕੰਟਰੋਲਰ, ਲੇਕਿਨ ਬਾਅਦ 'ਚ ਉਹਨਾਂ ਨੇ ਇੰਟਲ ਵਾਲਿਆਂ ਨੇ ਕੀ ਕੀਤਾ ਕਿ ਬਾਕੀ ਜਿਹੜੀ ਕੰਪਨੀਜ਼ ਹੈ, ਜਿਹੜੇ ਮੈਨੂਫੈਕਚਰਰਸ ਹੈ, ਉਹਨਾਂ ਨੂੰ ਅਲਾਓ ਕਰਤਾ ਕਿ ਉਹ ਵੀ 8051 ਦੀ IC ਮੈਨੂਫੈਕਚਰ ਕਰ ਸਕਦੇ ਹੈ ਤੇ ਡਿਫਰੈਂਟ ਵਰਜ਼ਨ ਉਹਦੇ ਬਣਾ ਸਕਦੇ ਹੈ ਡਿਫਰੈਂਟ ਫੀਚਰਸ ਨਾਲ, ਲੇਕਿਨ ਜਿਹੜਾ ਕੋਡ ਹੈ ਉਹ ਕੰਪੈਟੀਬਲ ਹੋਣਾ ਚਾਹੀਦਾ ਵਾ ਜਿਹੜਾ ਬੇਸਿਕ ਆਪਣਾ 8051 ਮਾਈਕਰੋ ਕੰਟਰੋਲਰ ਹੈ ਜੋ ਆਪਾਂ ਸਟੱਡੀ ਕਰ ਰਹੇ ਹਾਂ। There are many companies which manufacture 8051 variants. Some of them are Intel, Atmel, Thales Semiconductor, NXP founded by Philips, Silicon Laboratories, Texas Instruments। ਬਹੁਤ ਸਾਰੀ ਕੰਪਨੀਆਂ ਹਨ ਜਿਹੜੀ ਅੱਜ ਕੱਲ੍ਹ 8051 ਦੀ IC ਮੈਨੂਫੈਕਚਰ ਕਰਦੀ ਹੈ। ਉਹਨਾਂ 'ਚੋਂ ਕੁਝ ਕੰਪਨੀਆਂ ਨਾਮ ਇੱਥੇ ਲਿਖੇ ਹੋਏ ਹੈ, ਜਿੱਦਾਂ ਕਿ ਆਪਣੇ ਕੋਲ ਇੰਟੈਲ ਹੈ, ਐਟਮਲ ਹੈ, ਡੈਲਸ ਸੈਮੀਕੰਡਕਟਰ ਹੈ, NXP ਜੋ ਕਿ ਪਹਿਲੇ ਨਾਮ NXP ਦਾ ਹੁੰਦਾ ਸੀਗਾ ਫਿਲਿਪਸ, ਹੁਣ ਨਾਮ ਇਹਦਾ NXP ਕਰਤਾ ਹੋਇਆ, ਸਿਲੀਕਨ ਲੈਬੋਰਟਰੀਜ਼ ਹੈ ਤੇ ਟੈਕਸਸ ਇੰਸਟਰੂਮੈਂਟਸ ਹੈ। ਤੁਹਾਨੂੰ ਮੈਂ ਦੱਸਿਆ ਸੀ ਪਹਿਲੇ ਵੀ ਜਿਹੜੀ ਐਟਮਲ ਕੰਪਨੀ ਹੈ ਹੁਣ ਉਹ ਹਾਇਰ ਕਿੰਨੀ ਕਰ ਲਈ ਹੈ, ਹੁਣ ਉਹ ਓਵਰਟੇਕ ਕਰ ਲਈ ਹੈ ਐਟਮਲ ਦੀ ਕੰਪਨੀ ਮਾਈਕਰੋਚਿਪ ਟੈਕਨੋਲੋਜੀਜ਼ ਨੇ, ਜੋ ਕਿ ਪਿਕ ਮਾਈਕਰੋ ਕੰਟਰੋਲਰ ਇਹਨਾਂ ਨੇ ਸਟਾਰਟ ਕੀਤਾ ਸੀਗਾ। ਹੁਣ ਆਪਾਂ ਦੇਖਦੇ ਹਾਂ ਐਟਮਲ ਦੁਆਰਾ ਜਿਹੜੀ ICs ਹੈ ਕਾਫੀ ਯੂਜ਼ ਕੀਤੀਆਂ ਜਾਂਦੀਆਂ ਮੈਂ ਅੱਜ ਕੱਲ੍ਹ, ਜਿਹੜੇ ਪ੍ਰੋਜੈਕਟਸ ਵਗੈਰਾ ਅਸੀਂ ਯੂਜ਼ ਕਰਦੇ ਹਾਂ, ਜਿਹੜੇ ਆਪਾਂ ਲੈਬ ਵਗੈਰਾ 'ਚ ਪ੍ਰੋਜੈਕਟਸ ਬਣਾਉਂਦੇ ਹਾਂ ਜਾਂ ਆਪਾਂ ਸਟੱਡੀ ਕਰਦੇ ਹਾਂ 8051 ਦੀ IC ਨੂੰ, ਉਹ ਜਨਰਲੀ ਆਪਾਂ ਜਿਹੜੀ ਯੂਜ਼ ਕਰਦੇ ਹਾਂ ਜਾਂ ਦੇਖਦੇ ਹਾਂ ਉਹ ਐਟਮਲ ਦੀ ਹੁੰਦੀ ਹੈ। ਅਤੇ ਆਪਾਂ ਉਹਦੇ ਕੁਛ ਵੇਰੀਐਂਟਸ ਦੇਖਦੇ ਹਾਂ। ਸਮ 8051 ਵੇਰੀਐਂਟਸ ਮੈਨੂਫੈਕਚਰ ਬਾਈ ਐਟਮਲ। ਆਪਾਂ ਕੁਛ ਇੱਥੇ ਦੋ ਦੇਖਾਂਗੇ IC ਨੰਬਰ ਕੀ ਹੋਏਗਾ। ਇਹ ਹੈ ਤਾਂ 8051 ਨਹੀਂ ਹੈ, ਲੇਕਿਨ ਕੀ ਨੰਬਰ ਦੇਖੋ IC ਉੱਪਰ ਕੀ ਲਿਖਿਆ ਹੋਏਗਾ AT89C51, AT89C51। ਇਹ ਆਪਣੀ ਕਿਹੜੀ ਹੈ? ਇਹ 8051 ਮਾਈਕਰੋ ਕੰਟਰੋਲਰ ਦੀ IC ਹੈ ਜਿਹਦੇ ਉੱਪਰ ਨੰਬਰ ਲਿਖਿਆ ਹੋਏਗਾ AT89C51। ਇਹ ਹੁਣ ਦੇਖੋ 80 ਦਾ ਮਤਲਬ ਕੀ ਹੈ? 80 ਦਾ ਮਤਲਬ ਹੈ ਐਟਮਲ, ਮੀਨਸ ਐਟਮਲ ਕੰਪਨੀ ਨੇ ਦੁਆਰਾ ਬਣਾਈ ਗਈ ਹੈ, ਮੈਨੂਫੈਕਚਰ ਕੀਤੀ ਗਈ ਹੈ। ਹੁਣ 89 ਜਿਹੜਾ ਅੱਗੇ ਸੀਰੀਜ਼ ਹੈ, ਵੈਸੇ ਆਪਾਂ 80 ਕਹਿ ਰਹੇ ਹਾਂ ਇੱਥੇ 89 ਦਾ ਮਤਲਬ ਕੀ ਹੈ? 89 ਦਾ ਅੱਗੇ ਨੰਬਰ ਕੋਈ ਹੋਏਗਾ 8951 ਵੀ ਹੋ ਸਕਦਾ ਵਾ, 8952 ਵੀ ਹੋ ਸਕਦਾ। ਅਗਰ ਆਪਾਂ 8051 ਯੂਜ਼ ਕਰ ਰਹੇ ਹਾਂ ਤਾਂ 8951 ਹੈ, ਅਗਰ ਆਪਾਂ 52 ਯੂਜ਼ ਕਰਾਂਗੇ ਤਾਂ ਇੱਥੇ 8952 ਹੈ। ਤਾਂ 89XX ਆਪਣੀ ਕੀ ਹੈ? ਫਲੈਸ਼ ਮੈਮਰੀ, ਮੀਨਸ ਜਿਹੜੀ ਪ੍ਰੋਗਰਾਮ ਮੈਮਰੀ ਹੈ ਉਹ ਆਪਾਂ ਜਿਹੜਾ ਆਪਾਂ 8051 ਸਟੱਡੀ ਕਰ ਰਹੇ ਹਾਂ ਬੇਸਿਕ, ਉਹ ਆਪਣੀ ਉਹ 'ਚ ਆਪਣੀ ਰੋਮ ਲੱਗੀ ਹੋਈ ਹੈ ਜਿਹਨੂੰ ਆਪਾਂ ਵਨ ਟਾਈਮ ਪ੍ਰੋਗਰਾਮੇਬਲ ਕਰ ਸਕਦੇ ਹਾਂ ਬਸ। ਲੇਕਿਨ ਜਿਹੜਾ 89 ਸੀਰੀਜ਼ ਹੈ, 89 ਸੀਰੀਜ਼ ਕੀ ਹੋਏਗਾ? ਫਲੈਸ਼ ਮੈਮਰੀ ਹੋਏਗੀ ਜਿਹਨੂੰ ਆਪਾਂ ਮਲਟੀਪਲ ਟਾਈਮਸ ਇਰੇਜ਼ ਕਰਕੇ ਨਵਾਂ ਕੋਡ ਦੇ ਬਾਅਦ 'ਚ ਬਰਨ ਕਰ ਸਕਦੇ ਹਾਂ। ਹੁਣ ਇੱਥੇ ਲਿਖਿਆ ਹੋਇਆ AT89C51, 51 ਤਾਂ ਹੋ ਗਿਆ ਆਪਣਾ ਕਿ 8051 ਦੇ ਬੇਸ ਹੈ, ਅਤੇ C ਕੀ ਆਪਣਾ ਕਿ ਉਹ 'ਚ ਕਿਹੜੀ ਟੈਕਨੋਲੋਜੀ ਯੂਜ਼ ਕੀਤੀ ਹੈ? CMOS, ਕੰਪਲੀਮੈਂਟਰੀ ਮੈਟਲ ਆਕਸਾਈਡ ਸੈਮੀਕੰਡਕਟਰ। ਤੁਹਾਨੂੰ ਮੈਂ ਆਲਰੇਡੀ ਦੱਸ ਚੁੱਕਿਆ ਹਾਂ ਕਿ ਪਹਿਲੇ ਜਿਹੜਾ ਬਣਿਆ ਸੀਗਾ ਡਿਜ਼ਾਈਨ ਕੀਤਾ ਸੀ ਇੰਟੈਲ ਨੇ 8051 ਉਹ ਕੀਤਾ ਸੀਗਾ NMOS ਬੇਸ 'ਤੇ, ਲੇਕਿਨ ਅੱਜ ਕੱਲ੍ਹ ਜਿਹੜੀ ICs ਆ ਰਹੀਆਂ ਉਹ CMOS ਬੇਸ 'ਤੇ ਆ ਰਹੀਆਂ।
ਤਾਂ ਜੇ ਸੀ ਲਿਖਿਆ ਹੋਇਆ ਇਟ ਮੀਨਸ ਕਿ ਉਹ CMOS ਬੇਸ ਤੇ ਹੈ। ਹੁਣ ਅੱਗੇ ਦੇਖੋ ਵੇਰੀਐਂਟ ਐਟਮਲ ਦਾ ਹੀ AT89S51, ਸਾਰਾ ਕੁਝ ਸਿਮਿਲਰ ਆ, ਫਰਕ ਕੀ ਹੈ, ਸੀ ਜਗ੍ਹਾ ਕੀ ਆ ਗਿਆ, ਐਸ ਆ ਗਿਆ। ਇਹ ਇਸ ਤੋਂ ਐਡਵਾਂਸ ਆਈਸੀ ਆਪਾਂ ਕਹਿ ਸਕਦੇ ਹਾਂ, ਸੀ ਤੋਂ ਜਿਹੜੀ ਐਸ ਹੈ। ਟੈਕਨੋਲੋਜੀ CMOS ਹੀ ਯੂਜ਼ ਕੀਤੀ ਗਈ ਇਹਦੇ ਵਿੱਚ ਵੀ, ਜਿਹੜੀ ਆਪਣੀ AT89S51 ਆਈਸੀ ਹੈ। ਹੁਣ 80 ਮਤਲਬ ਐਟਮਲ ਹੋ ਗਿਆ, 89 ਮਤਲਬ ਕਿ ਇਹ 'ਚ ਫਲੈਸ਼ ਮੈਮਰੀ ਲੱਗੀ ਹੈ, ਅਤੇ 51 ਮਤਲਬ ਕਿ 8051 ਦੇ ਬੇਸ ਹੈ, ਅਤੇ ਐਸ ਮਤਲਬ ਕੀ ਹੈ ਆਪਣਾ, ਇਹ ISP ਜਿਹੜਾ ਵਾ ਸਪੋਰਟ ਕਰਦਾ ਵਾ। ISP ਮਤਲਬ ਕੀ ਹੈ, ਇਨ ਸਿਸਟਮ ਪ੍ਰੋਗਰਾਮਿੰਗ। ਹੁਣ ISP ਕੀ ਚੀਜ਼ ਹੁੰਦੀ ਹੈ, ISP ਮਤਲਬ ਕਿ ਆਈਸੀ ਨੂੰ ਆਪਾਂ ਨੂੰ ਪ੍ਰੋਜੈਕਟ 'ਚੋਂ ਜਾਂ ਜਿਹੜਾ ਆਪਣਾ ਕੋਈ ਸਰਕਟ ਹੈ ਉੱਚੋਂ ਬਾਰ-ਬਾਰ ਕੀ ਹੈ ਕੱਢ ਕੇ ਦੁਬਾਰਾ ਅਗਰ ਆਪਾਂ ਕੋਈ ਪ੍ਰੋਗਰਾਮ ਚੇਂਜ ਕਰਨਾ ਹੋਵੇ ਉਹਦੀ ਲੋੜ ਨਹੀਂ ਹੈ। ਮੀਨਸ ਅਗਰ ਆਪਾਂ ਪਹਿਲੇ ਕੀ ਕਰਦੇ ਸੀ, ਆਪਾਂ 8051 'ਚ ਅਤੇ ਮਤਲਬ ਆਪਣੇ ਕੋਲ AT89C51 ਹੈ, ਇਹ 'ਚ ਆਪਾਂ ਕੀ ਕਰਾਂਗੇ, ਜੇ ਆਪਾਂ ਪ੍ਰੋਗਰਾਮ ਚੇਂਜ ਕਰਕੇ ਆਪਣਾ ਜਿਹੜਾ ਕੋਡਿੰਗ ਹੈ ਉਹਨੂੰ ਆਪਾਂ ਚੇਂਜ ਕਰਕੇ ਦੁਬਾਰਾ ਉਹ 'ਚ ਬਰਨ ਕਰਨਾ ਹੋਵੇ 8051 'ਚ ਆਈਸੀ ਵਿੱਚ, ਤਾਂ ਆਪਾਂ ਆਈਸੀ ਨੂੰ ਸਰਕਟ 'ਚੋਂ ਕੱਢ ਕੇ ਫਿਰ ਅਲੱਗ ਬਰਨਰ ਯੂਜ਼ ਕਰਕੇ ਫਿਰ ਆਪਾਂ ਉਹ 'ਚ ਪ੍ਰੋਗਰਾਮ ਰਨ ਕਰਦੇ ਹਾਂ ਸੀਗੇ ਪਹਿਲੇ। ਲੇਕਿਨ ਜਿਹੜੀ AT89S51 ਹੈ, ਇਹਦਾ ਬੈਨੀਫਿਟ ਕੀ ਹੋਇਆ ਕਿ ਆਪਾਂ ਇੱਕ ਵਾਰੀ ਪ੍ਰੋਜੈਕਟ 'ਚ ਜਿਹੜੀ ਆਪਣੀ ਆਈਸੀ ਜਿਹੜੀ ਹੈ ਉਹ ਇਨਸਰਟ ਕਰਤੀ ਹੈ, ਫਿਰ ਆਪਾਂ ਨੂੰ ਦੁਬਾਰਾ ਅਗਰ ਪ੍ਰੋਗਰਾਮ ਉਹ 'ਚ ਚੇਂਜਸ ਕਰਨੇ ਹੈ ਤਾਂ ਆਪਾਂ ਨੂੰ ਦੁਬਾਰਾ ਉਸ ਆਈਸੀ ਨੂੰ ਉੱਥੋਂ ਦੀ ਕੱਢਣ ਦੀ ਲੋੜ ਨਹੀਂ ਹੈ, ਅਤੇ ਆਪਾਂ ਨੂੰ ਉਸੀ ਸਰਕਟ 'ਚ ਜਿਹੜੀ ਆਈਸੀ ਇਨਸਰਟ ਰਹੇਗੀ ਅਤੇ ਆਪਾਂ ਜਿਹੜਾ ਪ੍ਰੋਗਰਾਮ ਹੈ ਬਰਨ ਕਰ ਸਕਦੇ ਹਾਂ। ਇਹਦਾ ਮਤਲਬ ਕੀ ਹੈ, ਇਨ ਸਿਸਟਮ ਪ੍ਰੋਗਰਾਮਿੰਗ ਮੀਨਸ ਜਿਹੜੀ ਆਈਸੀ ਉਹ ਸਿਸਟਮ 'ਚ ਆਲਰੇਡੀ ਇਨਸਰਟ ਰਹੇਗੀ ਅਤੇ ਆਪਾਂ ਉਹਨੂੰ ਈਵਨ ਦੈਨ ਆਪਾਂ ਉਹਨੂੰ ਪ੍ਰੋਗਰਾਮ ਉਹ 'ਚ ਆਪਾਂ ਬਰਨ ਕਰ ਸਕਦੇ ਹਾਂ। ਅਤੇ ਜਿਹੜਾ ਐਸ ਵਾਲਾ ਹੋਏਗਾ ਉਹਦਾ ਮਤਲਬ ਕੀ ਉਹ ਕੀ ਸਪੋਰਟ ਕਰਦਾ ਵਾ, ISP ਬਣਿਆ ਵੀ CMOS ਤੋਂ ਹੀ ਹੈ, CMOS ਟੈਕਨੋਲੋਜੀ ਤੋਂ, ਲੇਕਿਨ ਐਸ ਵਰਡ ਦਾ ਮਤਲਬ ਕੀ ਆ ਗਿਆ ਕਿ ਇਹ ISP ਸਪੋਰਟ ਕਰ ਰਿਹਾ ਵਾ, ਇਹ 'ਚ ਇਨਬਿਲਟ ISP ਹੈ। ਹੁਣ 51 ਮਤਲਬ ਕਿ 8051 ਹੈ, ਜਿੱਥੇ 52 ਹੁੰਦਾ ਉਹਦਾ ਮਤਲਬ ਕੀ ਹੋਣਾ ਸੀਗਾ ਕਿ ਇਹ 8052 ਦੇ ਬੇਸ ਹੈ। 8052 ਦੀ ਬਸ ਜਿਹੜੀ ਮੈਮਰੀ ਉਹ ਜ਼ਿਆਦਾ ਹੁੰਦੀ ਹੈ, ਦੇਖਿਆ ਅਸੀਂ ਰੈਮ ਜਿਹੜੀ ਆਪਣੀ ਉਹ ਹੈ 256 ਬਾਈਟਸ ਦੀ ਹੁੰਦੀ ਹੈ 8052 'ਚ, ਅਤੇ ਜਿਹੜੀ ਪ੍ਰੋਗਰਾਮ ਮੈਮਰੀ ਹੈ ਉਹ ਆਪਣੀ ਹੁੰਦੀ ਹੈ 8K। ਅਤੇ ਟਾਈਮਰਸ ਵੀ ਆਪਣੇ ਕੋਲ ਇੱਕ ਜ਼ਿਆਦਾ ਹੁੰਦਾ ਵਾ, 3 ਹੁੰਦੇ ਆ, ਅਤੇ ਇੰਟਰਪਟਸ ਵੀ ਆਪਣੇ ਕੋਲ 2 ਜ਼ਿਆਦਾ ਹੁੰਦੀਆਂ ਵਾ ਐਜ਼ ਕੰਪੇਅਰ ਟੂ 8051 ਜਿਹੜਾ ਆਪਣਾ 8052 ਮਾਈਕਰੋ ਕੰਟਰੋਲਰ ਹੈ। ਹੁਣ ਆਹ ਦੇਖੋ ਆਈਸੀਜ਼ ਹੈ, ਲੈਫਟ ਸਾਈਡ 'ਤੇ ਕੀ ਲਿਖਿਆ ਹੋਇਆ, ਦੋਨੋਂ ਐਟਮਲ ਦੀ ਆਈਸੀਜ਼ ਹੈ। ਐਟਮਲ ਇੱਥੇ ਲਿਖਿਆ AT89C51। ਜਦੋਂ ਆਪਾਂ ਇਹ ਆਈਸੀ ਦੇਖਾਂਗੇ, ਇਹ ਆਈਸੀ ਦਾ ਮਤਲਬ ਕੀ ਹੈ ਕਿ ਇਹ ਐਟਮਲ ਦੇ ਵੱਲੋਂ ਦੁਆਰਾ ਡਿਜ਼ਾਈਨ ਕੀਤੀ ਗਈ ਹੈ, ਜਿਹੜੀ ਮੈਨੂਫੈਕਚਰ ਕੀਤੀ ਐਟਮਲ ਨੇ ਕੀਤੀ ਹੈ। 8051 ਹੈ, ਐਂਡ 51 ਲਿਖਿਆ 8051 ਦੇ ਬੇਸ ਹੈ, ਅਤੇ ਇਹ 'ਚ ਕਿਹੜੀ ਮੈਮਰੀ ਲੱਗੀ ਹੈ, ਫਲੈਸ਼ ਮੈਮਰੀ, ਕਿਉਂਕਿ 89 ਹੈ ਇੱਥੇ ਸੀਰੀਜ਼ ਜਿਹੜੀ 89 ਦੀ ਹੈ, ਅਤੇ ਸੀ ਦਾ ਮਤਲਬ ਕੀ ਹੈ, ਇਹ CMOS ਟੈਕਨੋਲੋਜੀ ਤੋਂ ਆਈਸੀ ਬਣੀ ਹੈ। ਜੇ ਇੱਥੇ 89 ਦੀ ਜਗ੍ਹਾ ਮੰਨ ਲਓ 87 ਆ ਗਿਆ, 89 ਦੀ ਜਗ੍ਹਾ ਜੇ 87 ਆ ਰਿਹਾ ਵੈ, ਉਹਦਾ ਮਤਲਬ ਹੈ ਕਿ ਜਿਹੜੀ ਪ੍ਰੋਗਰਾਮ ਮੈਮਰੀ ਹੈ ਉਹ ਲੱਗੀ ਹੋਈ ਹੈ ਇਹਦੇ ਵਿੱਚ UV EEPROM। UV ਮਤਲਬ ਅਲਟਰਾ ਵਾਇਲਟ ਇਰੇਜ਼ੇਬਲ ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ। ਆਪਾਂ ਰੋਮ ਦੀ ਟਾਈਪ ਤੁਸੀਂ ਦੇਖੀ ਹੋਣੀ ਹੈ ਮਾਈਕਰੋ ਪ੍ਰੋਸੈਸਰ 'ਚ ਕਿ ਰੋਮ ਟਾਈਪਸ ਕੀ ਹੁੰਦੀ ਹੈ, ਇੱਕ ਹੁੰਦੀ ਹੈ ਪ੍ਰੋਗਰਾਮ ਰੀਡ ਓਨਲੀ ਮੈਮਰੀ ਪ੍ਰੋਮ, ਇੱਕ ਹੁੰਦੀ ਹੈ UV EEPROM, ਇੱਕ ਹੁੰਦੀ ਹੈ EEPROM। ਜਿਹੜੀ UV EEPROM ਹੈ ਉਹਨੂੰ ਆਪਾਂ ਇਰੇਜ਼ ਕਰ ਸਕਦੇ ਹਾਂ, ਲੇਕਿਨ ਆਪਾਂ ਇਰੇਜ਼ ਕਿੱਦਾਂ ਕਰਦੇ ਹਾਂ, ਅਲਟਰਾ ਵਾਇਲਟ ਰੇਡੀਏਸ਼ਨ ਦੁਆਰਾ। ਤਾਂ ਉਹ ਇੱਥੇ ਸੀਰੀਜ਼ ਕੀ ਹੋਏਗੀ 87 ਮਤਲਬ ਕਿ ਜਿਹੜੀ ਪ੍ਰੋਗਰਾਮ ਮੈਮਰੀ ਉਹ ਕਿਹੜੀ ਹੋਏਗੀ, UV EEPROM। ਲੇਕਿਨ 89 ਦਾ ਮਤਲਬ ਕੀ ਹੈ, ਫਲੈਸ਼ ਮੈਮਰੀ ਇਹਦੇ 'ਚ। ਇਹ ਦੇਖੋ ਇੱਧਰ 20 ਪਿੰਸ ਹੈ ਇਸ ਸਾਈਡ ਲੈਫਟ ਸਾਈਡ 'ਤੇ, ਅਤੇ ਰਾਈਟ ਸਾਈਡ 'ਤੇ ਆਪਣੇ ਕੋਲ 20 ਪਿੰਸ ਹੋਣਗੀਆਂ, ਠੀਕ ਹੈ। 40 ਪਿੰਨ ਦੀ ਆਈਸੀ ਹੋ ਗਈ। ਤਾਂ ਸੈਂਟਰ ਦੇਖੋ ਕੀ ਲੱਗਿਆ ਹੋਇਆ, ਸੈਮੀ ਸਰਕਲ ਹੈ ਨਾ, ਦੇਖੋ ਇਹ ਆਪਣਾ ਨੋਚ ਹੈ। ਨੋਚ ਤੋਂ ਆਪਾਂ ਲੈਫਟ ਸਾਈਡ ਤੋਂ ਸਟਾਰਟ ਕਰਦੇ ਹਾਂ, ਪਿਨ ਨੰਬਰ 1। ਰਾਈਟ ਸਾਈਡ 'ਤੇ ਕੀ ਲਿਖਿਆ ਹੋਇਆ, ਇਹ ਵੀ ਐਟਮਲ ਦੀ ਕੰਪਨੀ ਦੀ ਬਣਾਈ ਹੈ, ਮੈਨੂਫੈਕਚਰ ਕੀਤੀ ਹੈ। 80 ਮਤਲਬ ਐਟਮਲ, 89 ਹੈ ਮਤਲਬ ਫਲੈਸ਼ ਮੈਮਰੀ ਇਹਦੇ 'ਚ, S51 ਮਤਲਬ ਕਿ 8051 ਦੇ ਬੇਸ ਹੈ, S ਮਤਲਬ ਕੀ ਹੈ, ਇਹ 'ਚ ISP ਇਨਬਿਲਟ ਹੈ। ਇਹਦੇ 'ਚ ISP ਇਨਬਿਲਟ ਨਹੀਂ ਹੈ, ਇਹ 'ਚ ISP ਇਨਬਿਲਟ ਹੈ ਦੋਨੋਂ, ਲੇਕਿਨ ਮੈਨੂਫੈਕਚਰ ਜਿਹੜੀ ਹੈ ਉਹ ਟੈਕਨੋਲੋਜੀ ਜਿਹੜੀ ਯੂਜ਼ ਕੀਤੀ ਹੈ ਉਹ CMOS ਹੀ ਕੀਤੀ ਹੈ, ਠੀਕ ਹੈ। ਅੱਜ ਦੀ ਵੀਡੀਓ 'ਚ ਆਪਾਂ ਇੰਨਾ ਹੀ ਸਟੱਡੀ ਕਰਾਂਗੇ।